ਮੇਰਾ ਘਰਵਾਲਾ ਮੇਰੇ ਲਈ ਹਰ ਰੋਜ਼ ਜਲੇਬੀਆਂ ਲੈ ਕੇ ਆਉਂਦਾ, ਕਿਉਂਕਿ ਮੈਨੂੰ ਬਹੁਤ ਪਸੰਦ ਸੀ। ਮੈਂ ਜਲੇਬੀਆਂ ਖਾ ਕੇ ਸੌਂ ਜਾਂਦੀ। ਮੈਨੂੰ ਹੋਸ਼ ਨਾ ਰਹਿੰਦਾ ਤੇ ਜਦੋਂ ਸਵੇਰੇ ਉੱਠਦੀ ਤਾਂ ਮੇਰੇ ਕੱਪੜੇ ਗਿੱਲੇ ਹੁੰਦੇ। ਮੈਨੂੰ ਸਮਝ ਨਾ ਆਉਂਦੀ। ਇੱਕ ਦਿਨ ਮੈਂ ਜਲੇਬੀਆਂ ਨੂੰ ਨਹੀਂ ਖਾਇਆ ਤੇ ਸੌਣ ਦਾ ਨਾਟਕ ਕੀਤਾ। ਫਿਰ ਜੋ ਮੇਰੇ ਨਾਲ ਮੇਰੇ ਘਰਵਾਲੇ ਨੇ ਕੀਤਾ, ਤੁਹਾਡੇ ਰੋਂਗਟੇ। ਮੇਰੇ ਵਿਆਹ ਦੇ ਪਹਿਲੇ ਦਿਨ ਮੈਂ ਕਾਲੇ ਰੰਗ ਦੀ ਨਾਈਟੀ ਪਾਈ ਸੀ। ਮੈਂ ਪਿੰਡ ਦੀ ਕੁੜੀ ਸੀ, ਮੈਨੂੰ ਬਹੁਤ ਸ਼ਰਮ ਆ ਰਹੀ ਸੀ। ਮੇਰਾ ਘਰਵਾਲਾ ਮੇਰੇ ਤੋਂ ਦਿਲ ਹਾਰ ਬੈਠਾ। ਇਹ ਨਾਈਟੀ ਮੈਨੂੰ ਮੇਰੀ ਭੈਣ ਨੇ ਦਿੱਤੀ ਸੀ। ਉਸ ਦਾ ਵਿਆਹ ਸ਼ਹਿਰ ਵਿੱਚ ਹੋਇਆ ਸੀ। ਮੇਰੇ ਦਿਲ ਵਿੱਚ ਬਹੁਤ ਅਰਮਾਨ ਸੀ, ਜਿੱਦਾਂ ਹਰ ਕੁੜੀ ਦੇ ਦਿਲ ਵਿੱਚ ਹੁੰਦੇ ਨੇ। ਜਦੋਂ ਮੇਰਾ ਘਰਵਾਲਾ ਮੇਰੇ ਨਜ਼ਦੀਕ ਆਇਆ ਤਾਂ ਮੇਰਾ ਦਿਲ ਬੁਰੀ ਤਰ੍ਹਾਂ ਧੜਕ ਰਿਹਾ ਸੀ। ਮੇਰੇ ਘਰਵਾਲੇ ਨੇ ਮੇਰਾ ਹੱਥ ਫੜਿਆ ਤੇ ਕਹਿਣ ਲੱਗੇ ਕਿ ਤੂੰ ਬਹੁਤ ਸੋਹਣੀ ਹੈ। ਮੇਰਾ ਦਿਲ ਬਹੁਤ ਖੁਸ਼ ਸੀ। ਉਹਨਾਂ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਮੈਂ ਸੋਚਿਆ ਕਿ ਲੱਗਦਾ ਉਹ ਮੈਨੂੰ ਮੂੰਹ ਦਿਖਾਈ ਦਾ ਗਿਫਟ ਦੇ ਰਹੇ ਹਨ, ਪਰ ਉਹਨਾਂ ਨੇ ਮੇਰੇ ਸਾਹਮਣੇ ਜਲੇਬੀ ਦਾ ਥੈਲਾ ਰੱਖ ਦਿੱਤਾ ਤੇ ਕਹਿਣ ਲੱਗੇ ਕਿ ਮੈਂ ਤੇਰਾ ਮੂੰਹ ਆਪ ਮਿੱਠਾ ਕਰਵਾਊਂ। ਮੇਰੀਆਂ ਅੱਖਾਂ ਵਿੱਚ ਪਿਆਰ ਨਾਲ ਵੇਖਣ ਲੱਗੇ ਤੇ ਪਿਆਰ ਦੀਆਂ ਗੱਲਾਂ ਕਰਨ ਲੱਗੇ। ਜਲੇਬੀ ਬਹੁਤ ਸਵਾਦ ਸੀ। ਮੈਨੂੰ ਖਾਂਦੇ ਹੀ ਨੀਂਦ ਆ ਗਈ ਤੇ ਸਵੇਰੇ ਜਦੋਂ ਅੱਖ ਖੁੱਲ੍ਹੀ ਤਾਂ 10 ਵੱਜ ਗਏ ਸਨ। ਮੈਂ ਸੋਚਿਆ ਕਿ ਜਿਸ ਦਿਨ ਲਈ ਇੰਨੇ ਸੁਪਨੇ ਵੇਖੇ, ਮੇਰੇ ਸਾਰੇ ਅਰਮਾਨ ਵਿੱਚ ਹੀ ਰਹਿ ਗਏ। ਮੈਂ ਕਿੱਦਾਂ ਸੌਂ ਗਈ। ਜਦੋਂ ਮੈਂ ਉੱਠੀ, ਮੇਰੇ ਕੱਪੜੇ ਕਿਉਂ ਗਿੱਲੇ ਸੀ, ਕੁਝ ਪਤਾ ਨਾ ਲੱਗਿਆ। ਮੈਂ ਨਹਾਉਣ ਚਲੀ ਗਈ। ਮੇਰਾ ਘਰਵਾਲਾ ਕਮਰੇ ਵਿੱਚ ਨਹੀਂ ਸੀ। ਮੈਂ ਨਹਾ ਕੇ ਵਾਲਾਂ ਨੂੰ ਸੁਲਝਾ ਰਹੀ ਸੀ। ਉਹ ਕਮਰੇ ਵਿੱਚ ਆਏ ਪਰ ਬਹੁਤ ਗੁੱਸੇ ਵਿੱਚ ਸੀ, ਕੁਝ ਨਾ ਬੋਲੇ। ਮੈਂ ਸੋਚਿਆ ਕਿ ਕੋਈ ਗੱਲ ਨਹੀਂ, ਮੈਂ ਇਹਨਾਂ ਨੂੰ ਮਨਾ ਲਵਾਂਗੀ। ਉਹਨਾਂ ਤੋਂ ਬਾਅਦ ਮੇਰੀ ਸੱਸ ਕਮਰੇ ਵਿੱਚ ਆਈ। ਮੇਰੀ ਅੱਖ ਵਿੱਚ ਹੰਝੂ ਦੇਖ ਪੁੱਛਣ ਲੱਗੀ, ਕੀ ਹੋਇਆ ਪੁੱਤ? ਮੈਂ ਕਿਹਾ, ਮੈਂ ਰਾਜ ਨੂੰ ਨਾਰਾਜ਼ ਕਰ ਦਿੱਤਾ। ਉਹ ਕਹਿਣ ਲੱਗੀ ਕਿ ਮੈਂ ਗੱਲ ਕਰਦੀ ਹਾਂ, ਪਰ ਮੈਂ ਉਹਨਾਂ ਨੂੰ ਰੋਕ ਦਿੱਤਾ ਕਿ ਰਹਿਣ ਦਿਓ। ਉਹ ਬੋਲੇ, ਥੋੜ੍ਹੇ ਦਿਨ ਰਾਜ ਨਾਲ ਰਹੇਂਗੀ ਤਾਂ ਉਸ ਦਾ ਸੁਭਾਅ ਪਤਾ ਚੱਲ ਜਾਣਾ। ਮੈਂ ਆਪਣੇ ਮਾਂ-ਬਾਪ ਦੀ ਲਾਡਲੀ ਧੀ ਸੀ ਤੇ ਸੱਸ ਦੀ ਲਾਡਲੀ ਨੂੰਹ ਸੀ। ਮੇਰੀ ਸੱਸ ਮੈਨੂੰ ਬਹੁਤ ਪਿਆਰ ਕਰਦੀ ਸੀ। ਰਾਜ ਦੀ ਸਰਕਾਰੀ ਨੌਕਰੀ ਸੀ। ਸਵੇਰੇ ਜਾਂਦੇ ਤੇ ਸ਼ਾਮੀਂ ਆ ਜਾਂਦੇ। ਰਾਜ ਦੇ ਪੈਸੇ ਨਾਲ ਸ਼ਹਿਰ ਵਿੱਚ ਵੱਡਾ ਘਰ ਪੈ ਗਿਆ ਸੀ। ਮੇਰੀ ਤੇ ਰਾਜ ਦੀ ਮੁਲਾਕਾਤ ਹੋਏ ਬਹੁਤ ਟਾਈਮ ਹੋ ਗਿਆ ਸੀ। ਮੇਰੀ ਸੱਸ ਮੇਰੀ ਮਾਂ ਦੀ ਸਹੇਲੀ ਸੀ। ਮੈਂ ਉਹਨਾਂ ਤੋਂ ਬਿਲਕੁਲ ਵੀ ਸੰਗਦੀ ਨਹੀਂ ਸੀ। ਇੱਕ ਦਿਨ ਉਹ ਸਾਡੇ ਘਰ ਮਿਲਣ ਆਈ ਤਾਂ ਮੈਂ ਪੁੱਛ ਲਿਆ ਕਿ ਰਾਜ ਮੈਨੂੰ ਮਿਲਣ ਕਿਉਂ ਨਹੀਂ ਆਉਂਦਾ। ਮੇਰੀ ਮਾਂ ਨੇ ਮੇਰੇ ਮੂੰਹ 'ਤੇ ਥੱਪੜ ਮਾਰ ਦਿੱਤਾ ਕਿ ਸੰਗ ਨਹੀਂ ਆਉਂਦੀ, ਆਪਣੇ ਘਰ ਵਾਲੇ ਬਾਰੇ ਪੁੱਛਦੀ ਨੂੰ। ਮੇਰੀ ਸੱਸ ਨੇ ਕਿਹਾ ਕਿ ਕੋਈ ਨਾ, ਮੈਂ ਰਾਜ ਨੂੰ ਕਹਾਂਗੀ ਕਿ ਤੈਨੂੰ ਮਿਲ ਕੇ ਜਾਵੇ। ਉਹ ਹੁਣ ਜਦੋਂ ਦਾ ਸ਼ਹਿਰ ਗਿਆ ਹੈ, ਘੱਟ ਬੋਲਦਾ ਹੈ ਤੇ ਉਹ ਹੁਣ ਸਿਆਣਾ ਹੋ ਗਿਆ ਹੈ। ਮੇਰੀ ਮਾਂ ਨੇ ਕਿਹਾ ਕਿ ਜਦੋਂ ਮੁੰਡਿਆਂ 'ਤੇ ਜ਼ਿੰਮੇਵਾਰੀ ਪੈਂਦੀ ਹੈ ਤਾਂ ਉਹ ਬਹੁਤ ਸਿਆਣੇ ਹੋ ਜਾਂਦੇ ਨੇ ਤੇ ਮੇਰੀ ਧੀ ਨੂੰ ਵੇਖੋ, ਪਤਾ ਨਹੀਂ ਕਦੋਂ ਅਕਲ ਆਊ। ਮਾਂ ਨੇ ਗੁੱਸੇ ਨਾਲ ਵੇਖਿਆ ਤਾਂ ਮੈਂ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਆਪਣੇ ਹੀ ਖਿਆਲਾਂ ਵਿੱਚ ਗੁੰਮ ਸੀ ਕਿ ਮੇਰਾ ਘਰਵਾਲਾ ਸ਼ਹਿਰੀ ਬਣ ਗਿਆ। ਮੈਨੂੰ ਬਹੁਤ ਪਸੰਦ ਸੀ, ਪਰ ਵਿਆਹ ਲਈ ਉਹਨਾਂ ਨੇ 1 ਸਾਲ ਦਾ ਵਕਤ ਦਿੱਤਾ ਸੀ। ਉਹ ਦਿਨ ਵੀ ਆ ਗਿਆ ਜਦੋਂ ਸਾਡਾ ਵਿਆਹ ਧੂਮ-ਧਾਮ ਨਾਲ ਹੋਇਆ। ਮੇਰੀ ਸੱਸ ਨੇ ਮੇਰਾ ਸਵਾਗਤ ਕੀਤਾ। ਰਾਜ ਮੇਰੇ ਨਾਲ ਪਹਿਲੀ ਰਾਤ ਕਰਕੇ ਰੁੱਸ ਗਏ। ਮੈਂ ਅਗਲੇ ਦਿਨ ਉਹਨਾਂ ਦੇ ਪਿੱਛੇ-ਪਿੱਛੇ ਘੁੰਮਦੀ ਰਹੀ, ਪਰ ਉਹ ਨਾ ਬੋਲੇ। ਸਾਰਾ ਦਿਨ ਛੱਤ 'ਤੇ ਰਹੇ। ਪਿੰਡਾਂ ਵਿੱਚ ਕੁੜੀਆਂ ਦਾ ਛੱਤ 'ਤੇ ਜਾਣਾ ਮਨ੍ਹਾ ਸੀ। ਮੇਰੀਆਂ ਅੱਖਾਂ ਰੋ-ਰੋ ਕੇ ਸੁੱਜ ਗਈਆਂ ਅਤੇ ਰਾਤ ਨੂੰ ਰਾਜ ਆਪਣੇ ਆਪ ਹੀ ਕਮਰੇ ਵਿੱਚ ਆ ਗਏ। ਮੇਰੇ ਕੋਲ ਬੈਠ ਕੇ ਕਹਿਣ ਲੱਗੇ, ਮੈਨੂੰ ਮਾਫ਼ ਕਰ ਦੇ। ਮੈਂ ਕੋਲ ਬੈਠਾ ਤੈਨੂੰ ਜਗਾ ਰਿਹਾ ਸੀ, ਪਰ ਤੂੰ ਨਾ ਉੱਠੀ। ਮੇਰੀ ਗਲਤੀ ਸੀ, ਇਸ ਲਈ ਮੈਂ ਮਾਫ਼ੀ ਮੰਗ ਲਿੱਤੀ ਤੇ ਕਿਹਾ ਕਿ ਅੱਗੇ ਤੋਂ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਉਹ ਮੇਰੇ ਲੰਬੇ ਵਾਲਾਂ ਦੀ ਤਾਰੀਫ਼ ਕਰਨ ਲੱਗਾ। ਮੈਂ ਹੈਰਾਨ ਸੀ ਕਿ ਇੰਨੀ ਜਲਦੀ ਉਸ ਦਾ ਮੂਡ ਕਿੱਦਾਂ ਬਦਲ ਗਿਆ। ਉਸ ਨੇ ਮੈਨੂੰ ਫੇਰ ਜਲੇਬੀ ਖਾਣ ਨੂੰ ਦਿੱਤੀ ਤੇ ਕਿਹਾ ਕਿ ਇਸ ਨਾਲ ਬੁੱਲ੍ਹ ਹੋਰ ਗੁਲਾਬੀ ਹੋ ਜਾਣਗੇ। ਰਾਜ ਦੀਆਂ ਇੰਨੀਆਂ ਮਿੱਠੀਆਂ ਗੱਲਾਂ ਵਿੱਚ ਮੈਂ ਖੋ ਗਈ ਤੇ ਜਲੇਬੀ ਖਾ ਲਈ। ਮੈਨੂੰ ਪਤਾ ਨਹੀਂ ਕੀ ਹੋਇਆ, ਮੇਰੀ ਅੱਖ ਸਵੇਰੇ 11 ਵਜੇ ਖੁੱਲ੍ਹੀ। ਮੇਰੇ ਕੱਪੜੇ ਗਿੱਲੇ ਸੀ, ਮੈਨੂੰ ਠੰਡ ਲੱਗ ਰਹੀ ਸੀ। ਮੈਂ ਨਹਾ ਧੋ ਕੇ ਤਿਆਰ ਹੋ ਗਈ। ਮੈਂ ਸਮਝ ਗਈ ਕਿ ਰਾਜ ਫੇਰ ਗੁੱਸੇ ਹੋ ਗਿਆ। ਮੈਂ ਬਾਹਰ ਗਈ ਤਾਂ ਉਹ ਮੇਰੀ ਸੱਸ ਨੂੰ ਕਹਿ ਰਹੇ ਸਨ ਕਿ ਕਿੱਦਾਂ ਦੀ ਕੁੜੀ ਨਾਲ ਮੇਰਾ ਵਿਆਹ ਕਰਵਾ ਦਿੱਤਾ। ਨਾ ਸੌਣ ਦਾ ਪਤਾ, ਨਾ ਜਾਗਣ ਦਾ। ਤੁਸੀਂ ਸਾਰਾ ਦਿਨ ਕੰਮ ਕਰਦੇ ਹੋ, ਉਹ ਸੁੱਤੀ ਹੈ। ਮੈਨੂੰ ਨਹੀਂ ਲੱਗਦਾ ਮੈਂ ਏਦਾਂ ਹੀ ਰਿਹਾ।
ਮੈਂ ਇਸ ਨੂੰ ਘਰ ਵਿੱਚ ਕਿੰਨੇ ਦਿਨ ਰੱਖ ਸਕਦਾ। ਮੇਰੀ ਸੱਸ ਬਹੁਤ ਕੰਮ ਕਰਦੀ ਸੀ, ਰਸੋਈ ਵੀ ਸਾਫ਼ ਸੀ, ਦੁਪਹਿਰ ਦੀ ਰੋਟੀ ਬਣ ਗਈ ਸੀ, ਸਾਰਾ ਘਰ ਦਾ ਕੰਮ ਹੋ ਗਿਆ ਸੀ। ਮੈਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਮੈਨੂੰ ਕੀ ਹੋ ਗਿਆ। ਮੈਂ ਆਪਣੀ ਸੱਸ ਦੀ ਨਜ਼ਰਾਂ ਵਿੱਚ ਗਿਰ ਗਈ ਸੀ। ਰਾਜ ਸਾਰਾ ਦਿਨ ਛੱਤ 'ਤੇ ਰਿਹਾ। ਉਹਨੂੰ ਪਤਾ ਸੀ ਕਿ ਮੈਂ ਛੱਤ 'ਤੇ ਨਹੀਂ ਆਉਣਾ। ਸਾਰਾ ਦਿਨ ਰੋਂਦੀ ਰਹੀ। ਮਾਂ ਦਾ ਫ਼ੋਨ ਆ ਰਿਹਾ ਸੀ। 1 ਹਫ਼ਤੇ ਲਈ ਆ ਜਾ, ਮਾਂ ਕਹਿ ਰਹੀ ਸੀ, ਕਿਉਂਕਿ ਵਿਆਹ ਤੋਂ ਬਾਅਦ ਰਸਮ ਦੇ ਅਨੁਸਾਰ ਕੁੜੀ ਹਫ਼ਤਾ ਘਰ ਜਾ ਕੇ ਆਉਂਦੀ ਹੈ। ਪਰ ਮੈਂ ਚੁੱਪ ਸੀ। ਜੇਕਰ ਕੋਈ ਗਲਤੀ ਕੀਤੀ ਤਾਂ ਰਾਜ ਮੈਨੂੰ ਘਰ ਤੋਂ ਕੱਢ ਦੇਣਗੇ। ਨਾ ਹੀ ਹੁਣ ਤੱਕ ਰਾਜ ਦਾ ਸਾਥ ਮਿਲਿਆ ਸੀ ਤੇ ਨਾ ਹੀ ਉਹਨਾਂ ਦੇ ਦਿਲ ਵਿੱਚ ਥਾਂ ਬਣਾ ਪਾਈ ਸੀ। ਰਾਤ ਨੂੰ ਕਮਰੇ ਵਿੱਚ ਆਏ। ਮੈਂ ਫੇਰ ਹੈਰਾਨ ਸੀ ਕਿ ਇੱਕਦਮ ਕਿੱਦਾਂ ਠੀਕ ਹੋ ਗਏ। ਮੈਨੂੰ ਪੁੱਛਣ ਲੱਗੇ ਕਿ ਮਾਂ ਦਾ ਫ਼ੋਨ ਕਿਉਂ ਆਇਆ ਸੀ। ਮੈਂ ਸਭ ਦੱਸ ਦਿੱਤਾ ਤਾਂ ਮੈਨੂੰ ਕਹਿੰਦੇ ਜਾ ਆ, ਨਹੀਂ ਤਾਂ ਮਾਂ ਸੋਚੂ ਕਿ ਮੈਂ ਰੋਕ ਦਿੱਤਾ। ਨਾਲੇ ਮੇਰੀ ਡਿਊਟੀ ਕੱਲ੍ਹ ਤੋਂ ਹੀ ਸ਼ੁਰੂ ਹੋ ਰਹੀ ਹੈ। ਮੈਂ ਵੀ ਰਾਤ ਨੂੰ ਹੀ ਆਵਾਂਗਾ ਅਤੇ ਤੂੰ ਮੰਮੀ ਨੂੰ ਵੀ ਆਪਣੇ ਨਾਲ ਹੀ ਲੈ ਜਾਵੀਂ। ਰਾਜ ਨੇ ਮੈਨੂੰ ਏਦਾਂ ਕਿਹਾ। ਰਾਜ ਨੇ ਮੈਨੂੰ ਫੇਰ ਜਲੇਬੀ ਖਵਾ ਦਿੱਤੀ ਤੇ ਕਿਹਾ ਕਿ ਮੈਂ ਮਾਂ ਨੂੰ ਕਹਿ ਕੇ ਆਨਾ ਕਿ ਤੁਸੀਂ ਦੋਵੇਂ ਪਿੰਡ ਜਾ ਰਹੇ ਹੋ। ਮੇਰਾ ਇੰਤਜ਼ਾਰ ਕਰੀਂ। ਮੈਂ ਨਾਈਟੀ ਪਾ ਲਈ। ਇੱਕ ਵਾਰ ਫੇਰ ਮੈਂ ਸੌਂ ਗਈ। ਅੱਖ ਸਵੇਰੇ 10 ਵਜੇ ਖੁੱਲ੍ਹੀ। ਰਾਜ ਸ਼ਹਿਰ ਚਲਾ ਗਿਆ ਸੀ। ਮੇਰੀ ਸੱਸ ਵੀ ਪਿੰਡ ਜਾਣ ਲਈ ਤਿਆਰ ਸੀ। ਮੈਨੂੰ ਹਾਲੇ ਤੱਕ ਰਾਜ ਦਾ ਪਿਆਰ ਨਹੀਂ ਸੀ ਮਿਲਿਆ। ਉਦਾਸ ਦਿਲ ਨਾਲ ਮੈਂ ਆਪਣੇ ਘਰ ਚਲੀ ਗਈ। ਸਾਰੇ ਬਹੁਤ ਖੁਸ਼ ਹੋਏ। ਪਿੰਡ ਵਿੱਚ ਮੇਰੀ ਸਹੇਲੀ ਦਾ ਵਿਆਹ ਸੀ। ਮੈਂ ਉਸ ਦੀਆਂ ਰਸਮਾਂ ਵਿੱਚ ਗਈ, ਪਰ ਮੈਂ ਉਦਾਸ ਸੀ। ਇੱਥੇ ਮੈਨੂੰ ਨੀਂਦ ਨਹੀਂ ਆ ਰਹੀ ਸੀ ਤੇ ਰਾਜ ਕੋਲ ਮੈਂ ਪੈਂਦੇ ਹੀ ਸੌਂ ਜਾਂਦੀ ਸੀ। ਪਤਾ ਨਹੀਂ ਕਿਉਂ। ਮੇਰੀ ਸਹੇਲੀ ਦੀ ਮਹਿੰਦੀ ਦੀ ਰਾਤ ਸੀ। ਉੱਥੇ ਉਸ ਦੀ ਮਾਸੀ ਦਾ ਮੁੰਡਾ ਆਇਆ ਸੀ। ਉਸ ਦਾ ਸ਼ਹਿਰ ਤੋਂ ਆਣਾ ਜਾਣਾ ਲੱਗਿਆ ਰਹਿੰਦਾ ਸੀ। ਉਹ ਮੇਰੇ ਅੱਗੇ ਪਿੱਛੇ ਫਿਰੀ ਜਾਵੇ। ਮੇਰੀ ਸੱਸ ਨੂੰ ਅਜੀਬ ਲੱਗਾ। ਮੇਰੇ ਤੇ ਰਾਜ ਦਾ ਰਿਸ਼ਤਾ ਪਹਿਲਾਂ ਹੀ ਠੀਕ ਨਹੀਂ ਸੀ। ਮੈਂ ਘਰ ਆ ਗਈ। ਕੇਸ਼ਵ ਮੇਰੇ ਪਿੱਛੇ ਹੀ ਆ ਗਿਆ ਤੇ ਕਹਿਣ ਲੱਗਾ, ਮੇਰਾ ਸ਼ਹਿਰ ਵਿੱਚ ਵੱਡਾ ਘਰ ਹੈ ਤੇ ਸਰਕਾਰੀ ਨੌਕਰੀ ਹੈ। ਮੇਰੇ ਨਾਲ ਵਿਆਹ ਕਰਵਾ ਲੈ। ਆਪਣੇ ਘਰ ਵਾਲੇ ਨੂੰ ਤਲਾਕ ਦੇ ਦੀਂ। ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਕਿਹਾ, ਮੈਂ ਆਪਣੇ ਘਰ ਵਾਲੇ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਅੱਗੇ ਤੋਂ ਮੇਰੇ ਨਾਲ ਇਹੋ ਜਿਹੀ ਗੱਲ ਨਾ ਕਰੀਂ ਤੇ ਉਹ ਚਲਾ ਗਿਆ। ਮੈਂ ਤੇ ਮੇਰੀ ਸੱਸ ਅਗਲੇ ਦਿਨ ਘਰੀਂ ਵਾਪਸ ਆ ਗਏ। ਸਾਡੇ ਆਉਣ ਤੋਂ ਪਹਿਲਾਂ ਰਾਜ ਆ ਗਿਆ ਸੀ। ਮੇਰੇ ਦਿਲ ਵਿੱਚ ਚਾਅ ਸੀ ਕਿ ਅੱਜ ਰਾਜ ਨੂੰ ਮਨਾ ਲੈਣਾ। ਮੈਂ ਆਪਣੇ ਕਮਰੇ ਵਿੱਚ ਗਈ ਤੇ ਸਮਾਨ ਵਾਪਿਸ ਰੱਖ ਕੇ ਆਈ। ਰਾਜ ਮੇਰੀ ਸੱਸ ਦੇ ਕਮਰੇ ਵਿੱਚ ਸੀ। ਮੈਂ ਸੋਚਿਆ ਕਿ ਮੈਂ ਵੀ ਉਹਨਾਂ ਕੋਲ ਬੈਠਦੀ ਹਾਂ ਤੇ ਗੱਲਾਂ ਕਰਦੇ ਹਾਂ। ਮੈਂ ਆਪਣੀ ਸੱਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ। ਜਦੋਂ ਉਹ ਰਾਜ ਨੂੰ ਕਹਿ ਰਹੀ ਸੀ, ਕਿਉਂ ਨਹੀਂ ਡਿਵੋਰਸ ਦੇ ਕਾਗਜ਼ ਤਿਆਰ ਕੀਤੇ, ਮੈਂ ਸੁਣ ਕੇ ਪਰੇਸ਼ਾਨ ਹੋ ਗਈ ਕਿ ਮੇਰੀ ਸੱਸ ਹੀ ਮੇਰਾ ਘਰ ਨਹੀਂ ਵਸਣ ਦਿੰਦੀ। ਮੈਂ ਸੋਚਿਆ ਅੱਜ ਕੁਝ ਹੋ ਜਾਵੇ, ਮੈਂ ਜਲੇਬੀ ਨਹੀਂ ਖਾਣੀ। ਰਾਤ ਨੂੰ ਰਾਜ ਮੇਰੇ ਕੋਲ ਜਲੇਬੀ ਲੈ ਕੇ ਆਇਆ। ਉਸ ਨੂੰ ਮੇਰੀ ਸੱਸ ਨੇ ਬੁਲਾਇਆ ਤਾਂ ਮੈਂ ਜਲੇਬੀ ਵਾਲਾ ਲਿਫਾਫਾ ਲੁਕਾ ਦਿੱਤਾ ਤੇ ਸੌਣ ਦਾ ਨਾਟਕ ਕੀਤਾ। ਰਾਜ ਕਮਰੇ ਵਿੱਚ ਆਇਆ। ਉਸ ਨੇ ਮੇਰੇ ਤੇ ਪਾਣੀ ਦਾ ਜੱਗ ਸੁੱਟ ਦਿੱਤਾ ਤੇ ਬੋਲਿਆ ਕਿ ਅੰਦਰ ਆ ਜਾ, ਇਹ ਤਾਂ ਬੇਹੋਸ਼ ਹੈ। ਇਸ ਨੂੰ ਕੋਈ ਸੁਰਤ ਨਹੀਂ। ਮੈਂ ਹੌਲੀ ਜਿਹੀ ਵੇਖਿਆ। ਇੱਕ ਬਹੁਤ ਸੋਹਣੀ ਕੁੜੀ ਅੰਦਰ ਆਈ। ਉਹ ਦੋਨੋਂ ਮੇਰੇ ਕੋਲ ਹੀ ਬੈੱਡ 'ਤੇ ਸੀ। ਉਸ ਦਾ ਨਾਂ ਰਸ਼ਮੀ ਸੀ। ਉਹ ਸ਼ਹਿਰ ਵਿੱਚ ਨੌਕਰੀ ਕਰਦੀ ਸੀ। ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਉੱਠ ਕੇ ਬੋਲੀ ਕਿ ਇਹ ਕੀ ਹੈ ਰਾਜ? ਤੂੰ ਮੈਨੂੰ ਨਸ਼ੇ ਵਾਲੀ ਜਲੇਬੀ ਇਸ ਲਈ ਦਿੰਦਾ ਸੀ? ਫਿਰ ਉਸਨੇ ਮੈਨੂੰ ਦੱਸਿਆ ਕਿ ਮੇਰੀ ਘਰਵਾਲੀ ਹੈ ਰਸ਼ਮੀ। ਇਸ ਨਾਲ ਮੈਂ ਵਿਆਹ ਕਰਵਾ ਲਿਆ ਸੀ ਅਤੇ ਪਰ ਮਾਂ ਨੂੰ ਤੂੰ ਪਸੰਦ ਸੀ। ਇਸ ਲਈ ਤੇਰੇ ਨਾਲ ਮੇਰਾ ਵਿਆਹ ਜ਼ਬਰਦਸਤੀ ਕਰ ਦਿੱਤਾ ਗਿਆ। ਮਾਂ ਮੈਨੂੰ ਆਤਮ ਹੱਤਿਆ ਦੀ ਧਮਕੀ ਦਿੰਦੀ ਸੀ। ਮੈਂ ਕੀ ਕਰਦਾ? ਮੈਂ ਰਸ਼ਮੀ ਨੂੰ ਤਲਾਕ ਨਹੀਂ ਦੇ ਸਕਦਾ। ਮੈਂ ਉਸਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਇਸ ਕਰਕੇ ਛੱਤ 'ਤੇ ਰਹਿੰਦਾ ਸੀ। ਮੈਂ ਆਪਣਾ ਸਮਾਨ ਪੈਕ ਕਰਕੇ ਆਪਣੇ ਘਰ ਨੂੰ ਜਾਣ ਲਈ ਤਿਆਰ ਹੋ ਗਈ। ਮੇਰੀ ਸੱਸ ਨੇ ਮੈਨੂੰ ਬਹੁਤ ਰੋਕਿਆ, ਪਰ ਮੈਂ ਨਾ ਰੁਕੀ ਕਿਉਂਕਿ ਮੇਰੀ ਸੱਸ ਨੇ ਮੇਰੀ ਜ਼ਿੰਦਗੀ ਆਪਣੀ ਜ਼ਿੱਦ ਵਿੱਚ ਖਰਾਬ ਕੀਤੀ। ਕੇਸ਼ਵ ਨੂੰ ਪਤਾ ਲੱਗਾ। ਉਸਨੇ ਮੇਰੇ ਘਰ ਰਿਸ਼ਤਾ ਭੇਜ ਦਿੱਤਾ, ਪਰ ਮੈਂ ਨਾ ਕਰ ਦਿੱਤੀ ਕਿਉਂਕਿ ਮੈਂ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖੜ੍ਹੀ ਹੋਣਾ ਚਾਹੁੰਦੀ ਸੀ ਤੇ ਮੈਂ ਆਪਣੇ ਪੈਰਾਂ 'ਤੇ ਖੜ੍ਹੀ ਹੋਈ ਤੇ ਆਪਣੇ ਜ਼ਿਲ੍ਹੇ ਦੀ ਅਫਸਰ ਬਣ ਗਈ ਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ। ਤੇ ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ? ਜੇਕਰ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਪੇਂਡੂ ਵਿਰਸਾ ਕਹਾਣੀਆਂ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।